ओंकार सतनाम करता पुरख निर्भव निर्वैर अकाल मूर्त अजूनी सैभं गुरप्रसाद वाहिगुरु 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 जी का खालसा वाहिगुरु जी की फतेह। सिख मिशनरी कॉलेज और गुरमत एजुकेशन मिशन ਦੀ ਇਸ ਸਾਂਝੀ ਗੁਰਮਤ ਕਲਾਸ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਹਾਜ਼ਰੀ ਭਰ ਰਹੇ ਵੀਰਾਂ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਆਪ ਜੀ ਤੋਂ ਅੱਜ ਦੇ ਵਿਸ਼ੇ ਗੁਰੂ ਮਾਨਿਓ ਗ੍ਰੰਥ ਦੇ ਵਿਚਾਰ ਆਰੰਭ ਕਰਨ ਦੀ ਆਪ ਤੋਂ ਅਸੀਸ ਮੰਗਦਾ ਹਾਂ। ਪਿਛਲੇ 2 ਲੈਕਚਰਾਂ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਆਪ ਜੀ ਦੇ ਨਾਲ ਵਿਚਾਰ ਕੀਤੀ ਹੈ ਕਿ ਬਾਣੀ ਕਿਵੇਂ ਇਕੱਤਰ ਹੋਈ, ਬਾਣੀ ਦੀ ਕੀ ਤਰਤੀਬ ਹੈ। ਤੋ ਇਹ ਸਾਰੀਆਂ ਗੱਲਾਂ ਅਸੀਂ ਪਿਛਲੇ 2 ਲੈਕਚਰਾਂ ਦੇ ਵਿੱਚ ਵਿਚਾਰ ਕੀਤੀਆਂ ਹਨ ਔਰ ਸੰਗਤ ਵੱਲੋਂ ਬਹੁਤ ਅੱਛਾ ਜੋ ਹੈ ਵਿਊਅਰਸ਼ਿਪ ਰਿਸਪੌਂਸ ਮਿਲਿਆ। ਤੋ ਅੱਜ ਅਸੀਂ ਜਿਹੜੀ ਵਿਚਾਰ ਕਰਨੀ ਹੈ, ਅੱਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਬਾਰੇ ਅਸੀਂ ਗੱਲ ਕਰਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਸੰਪਾਦਨਾ ਹੋਈ ਹੈ ਔਰ ਉਹਦੇ ਅੰਦਰ ਜੋ ਸਾਨੂੰ ਸੰਕੇਤ ਮਿਲਦੇ ਹਨ, ਉਹ ਸੰਕੇਤ ਜਿਹੜੇ ਹਨ ਉਹ ਕਿਸ ਤਰੀਕੇ ਦੇ ਹਨ, ਅਸੀਂ ਉਹਨਾਂ ਬਾਰੇ ਅੱਜ ਵਿਚਾਰ ਕਰਨੀ ਹੈ। ਤੋ ਆਸ ਹੈ ਆਪ ਸਾਰੇ ਵੀਰ ਔਰ ਭੈਣਾਂ ਬੜੀ ਤਵੱਜੋ ਦੇ ਕਰਕੇ ਔਰ ਬੜੇ ਪਿਆਰ ਨਾਲ ਸਰਵਨ ਕਰੋਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਜੋ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੀ ਉਸ ਵਿੱਚ ਸਹਿਯੋਗ ਮੰਗਿਆ ਔਰ ਕਿਉਂਕਿ 16ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪ੍ਰਿਥਵੀ ਚੰਦ ਅਤੇ ਮਿਹਰਬਾਨ ਨੇ ਆਪਣੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਸੀ। ਮੈਂ ਇੱਥੇ ਬੇਨਤੀ ਕਰਾਂ ਕਿ ਮਿਹਰਬਾਨ ਜਿਹੜਾ ਹੈ ਉਹ ਕਾਫੀ ਪੜ੍ਹਿਆ ਲਿਖਿਆ ਸੀ, ਸੰਸਕ੍ਰਿਤ ਹੋਰ ਅਰਬੀ ਜਿਹੜੀ ਫਾਰਸੀ ਭਾਸ਼ਾ ਵਗੈਰਾ ਔਰ ਜਾਣਦਾ ਸੀ। ਤੋ ਉਹ ਵੀ ਬਿਲਕੁਲ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੀ ਬਾਣੀ ਹੈ ਇਸ ਤਰੀਕੇ ਨਾਲ ਹੀ ਉਹਨੇ ਆਪਣੀ ਬਾਣੀ ਜਿਹੜੀ ਹੈ ਉਹ ਰਚਨੀ ਸ਼ੁਰੂ ਕੀਤੀ ਤੇ ਉਹਦਾ ਭੁਲੇਖਾ ਪੈਣ ਲੱਗ ਪਿਆ ਕਿ ਜਦੋਂ ਉਹ ਜਿਹੜੇ ਬੋਲ ਉਹਨੇ ਲਿਖੇ ਸਨ ਉਹ ਲੋਕਾਂ ਦੇ ਵਿੱਚ ਕੁਝ ਪ੍ਰਚਲਿਤ ਹੋਏ ਤੇ ਉਹ ਬੋਲ ਜਿਹੜੇ ਹਨ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਕੰਨਾਂ ਵਿੱਚ ਪਹੁੰਚੇ। ਜਦੋਂ ਸਿੰਘਾਂ ਨੇ ਸਿੱਖਾਂ ਨੇ ਜਾ ਕਰਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਜੋ ਇਲਾਹੀ ਬਾਣੀ ਹੈ, ਜੋ ਗੁਰੂਆਂ ਦੀ ਉਚਾਰੀ ਹੋਈ ਬਾਣੀ ਹੈ, ਜੋ ਅਸੀਂ ਇੰਨੀ ਦੇਰ ਤੋਂ ਸੁਣਦੇ ਆਏ ਹਾਂ, ਉਸ ਦੇ ਮੁਕਾਬਲੇ ਤੇ ਕੁਝ ਬਾਣੀ ਰਚਨਾ ਹੈ ਜਿਹਦੇ ਅੰਦਰ ਨਾਨਕ ਨਾਮ ਪਾਇਆ ਜਾਂਦਾ ਹੈ, ਲੇਕਿਨ ਉਸ ਬਾਣੀ ਚੋਂ ਉਹ ਰਸ ਔਰ ਰਹੱਸ ਨਹੀਂ ਆਉਂਦਾ, ਉਹਦੇ ਵਿੱਚ ਮਨ ਟਿਕਦਾ ਨਹੀਂ ਹੈ ਕਿ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਜਾਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜਾਂ ਗੁਰੂ ਅਮਰਦਾਸ ਪਾਤਸ਼ਾਹ ਦੀ, ਗੁਰੂ ਰਾਮਦਾਸ ਪਾਤਸ਼ਾਹ ਦੀ ਜਾਂ ਆਪ ਜੀ ਦੀ, ਗੁਰੂ ਅਰਜਨ ਦੇਵ ਮਹਾਰਾਜ ਦੀ ਆਪ ਜੀ ਦੀ ਬਾਣੀ ਹੋਏ। ਤੋ ਇਸ ਕਰਕੇ ਇਸ ਨੂੰ ਨਖੇੜਾ ਜਿਹੜਾ ਉਹ ਕਰਨਾ ਬੜਾ ਜ਼ਰੂਰੀ ਹੈ। ਤੋ ਇਸ ਸਦੀ ਦੇ ਦੂਜੇ ਅੱਧ ਵਿੱਚ ਮਤਲਬ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ 16ਵੀਂ 17ਵੀਂ ਸਦੀ ਦੇ ਆਰੰਭ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਮਿਹਰਬਾਨ ਨੇ ਆਪਣੀ ਬਾਣੀ ਨਾਨਕ ਸ਼ਬਦ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ। ਮੀਣਿਆਂ ਨੇ ਪਹਿਲੇ 4 ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਿਆ ਕਰਕੇ ਇੱਕ ਗ੍ਰੰਥ ਵੀ ਬਣਾ ਲਿਆ ਸੀ ਕਿਉਂਕਿ ਉਹ ਗੁਰਗੱਦੀ ਤੇ ਆਪਣਾ ਹੱਕ ਸਮਝਦੇ ਸਨ। ਉਹ ਸਮਝਦੇ ਸਨ ਕਿ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਹਨ ਉਹ ਛੋਟੇ ਪੁੱਤਰ ਸਨ ਗੁਰੂ ਰਾਮਦਾਸ ਮਹਾਰਾਜ ਦੇ ਔਰ ਵੱਡੇ ਜਿਹੜੇ ਪੁੱਤਰ ਸਨ ਉਹ ਪ੍ਰਿਥੀ ਚੰਦ ਜੀ ਸਨ। ਤੋ ਇਸ ਕਰਕੇ ਜਿਹੜਾ ਹੱਕ ਬਣਦਾ ਹੈ ਉਹਦੇ ਉੱਤੇ ਉਹ ਪ੍ਰਿਥੀ ਚੰਦ ਦਾ ਸੀ, ਲੇਕਿਨ ਜਿਹੜੀ ਗੁਰਗੱਦੀ ਹੈ ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲ ਗਈ ਹੈ। ਤੋ ਇਸ ਕਰਕੇ ਅੰਦਰੋਂ ਉਹ ਖੁਨਸ ਖਾਂਦੇ ਸਨ ਤੇ ਕਿਸੇ ਤਰੀਕੇ ਨਾਲ ਉਹ ਚਾਹੁੰਦੇ ਸਨ ਬਈ ਇਹ ਸਾਡੀ ਬਾਣੀ ਜਿਹੜੀ ਹੈ ਉਹ ਜ਼ਿਆਦਾ ਸੰਗਤਾਂ ਦੇ ਵਿੱਚ ਪ੍ਰਚਲਿਤ ਹੋਵੇ ਤੇ ਪ੍ਰਿਥੀ ਚੰਦ ਨੂੰ ਹੀ ਲੋਕੀ ਜਿਹੜੇ ਹਨ ਉਹ ਅਸਲੀ ਗੁਰੂ ਸਮਝਣ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇੱਕ ਸਿੱਖ ਨੂੰ ਮਿਹਰਬਾਨ ਦਾ ਸ਼ਬਦ ਗਾਉਂਦਿਆਂ ਸੁਣਿਆ ਤਾਂ ਉਹਨਾਂ ਭਾਈ ਗੁਰਦਾਸ ਜੀ ਨੂੰ ਮੀਣਿਆਂ ਦੀ ਬੇਅਰਥ ਰਚਨਾਵਾਂ ਅਤੇ ਪ੍ਰਾਮਾਣਿਕ ਬਾਣੀ ਵਿਚਾਲੇ ਨਖੇੜਾ ਕਰਨ ਲਈ ਕਿਹਾ। ਇਹ ਬਹੁਤ ਜ਼ਰੂਰੀ ਸੀ, ਨਹੀਂ ਤਾਂ ਜੋ ਅਮੋਲਕ ਤੁਰਕੀ ਬਾਣੀ ਆਈ ਦਾ ਸੰਦੇਸ਼ ਸੀ ਉਹਦੇ ਵਿੱਚ ਰਲਾ ਗੜਾ ਜਿਹੜਾ ਹੈ ਉਹ ਸੰਭਵ ਹੋ ਸਕਦਾ ਸੀ।
तो गुरु नानक देव जी वालों रचे शब्द उन्होंने जिउंदियां ही नाम जपन वाली संगतां गाउण लग पईयां सन। उन्होंने याद हो गए सन, जिवें भाई जोत जी ने गुरबाणी उन्होंने याद सी और गुरु अमरदास महाराज जी ने सुनाई, तो फिर वो गुरु अंगद देव महाराज जी को चले गए सुनन मिलन वास्ते। और इस तरह उन्होंने गुरगद्दी वाले पासे का सफर जड़ा आरंभ होया। तो कहने तो भाव है कि संगतां गुरु नानक पातशाह के समय तो ही वो जो बाणियां जो उचारते सन उन्होंने वो याद भी करन लग पे संगतां आप। तो उस समय लिखन लई 3 लिपियां प्रचलित सन। उन्हां विच एक जिसनों शारदा कहते हैं वो कश्मीर विच सी, कश्मीर भी शारदा, ते पूर्वी पहाड़ियां विच टिकरी अते मैदानी खेतरां विच पटाक्षरी। गुरु जी ने अपनी बाणी लई सुधरी पट अक्षरी की वरतों की। उन्होंने बाणी आसा पट्टी विच वरत्या राह अपनी काट सी अते इस समेत वरती गई लिपि दे 35 अखर हैं। इसे लिपि नूं गुरु अंगद देव जी ने गुरमुखी का नाम दिता, क्योंकि वह गुरु जी के मुखारबंद तो उचारण की हुई सी। गुरु नानक देव जी कोल अपनी बाणी अते वो जिन्हां भगतां दे डेरियां ते गए उन्हां दीयां रचनावां भी सन साम के रखिया हुई। वो जिस वेले गुरु भाई लहणा जी नूं गुरु अंगद देव जी के रूप के अंदर आप जी ने मत्था टेकिया, गुरगद्दी ते बिठाया, अगले गुरु नानक दीयां जिम्मेवारियां सौंपियां, तो उस वेले वो सारी पोथी अपनी बाणी और भगतां दी बाणी गुरु अंगद देव महाराज नूं सौंप दी। जिवें कि साखी पुरातन जन्म साखी विच इसका जिक्र आंदा है कि तित महल जो शब्द हुआ सो पोथी गुरु अंगद जोग मिली। तो यही सिलसिला अगों भी जड़े गुरु हैं उन्हां तक नहीं चलता रहा, ते सारी बाणी का जड़ा टैक्सट सीगा वो अगे ट्रांसफर होंदा गया पंजवें पातशाह तक। तो ये जड़ा इसका सबूत दोहां गुरु साहबान के शब्दां का टाकरा करके पता लगता। क्यों गुरमुखी का मुढ़ गुरु नानक देव जी की बाणी जिस गुरमुखी लिपि विच लिख गई सी उस तो ये बजा जो स्टार्ट होया। गुरु अंगद देव जी ने अपनिया गुरु नानक देव जी अते भगतां दीयां रचनावां गुरु अमरदास पातशाह जी नूं सौंपियां और गुरु अमरदास जी दे जिहड़ी है वो बाणी अपनी इहदे विच शामिल करके और जो गुरु अमरदास जी के पास पहुंची अपनी बाणी 17 रागां विच उचार के उन्होंने ये बाणी जिहड़ी है अगों गुरु रामदास पातशाह जी नूं सौंप दी। तो ये जिहड़ी शब्द बाणी दी ये प्रणाली जो है वो अगे पहुंची चौथे पातशाह, फिर चौथे पातशाह जी ने 30 रागां 'च अपनी बाणी उचार के इस नूं जिहड़ा है गुरु अर्जन देव पातशाह दे कोल जिहड़ा है पहुंचा दिता। तो ये दूजियां जिहड़ियां धार्मिक रीतां और संस्कार जिहड़े दूजी कच्ची बाणी दे विच दर्ज सन, जिन्हां नूं पृथ्वी चंद वर्गिया ने अपने निरार्थक अते बेलोड़ियां रचनावां रच के गुरु साहब दी बाणियां विच मिलाउणा शुरू कर दिता सी। इस दे विच सिख धर्म दी मर्यादा और उलझन का खतरा सीगा कि सिख जिहड़े हन वो उलझन विच पै जाण कि किहड़ी सच्ची बाणी है और किहड़ी कच्ची बाणी है। इस गल का अनुभव करदियां होया तीजे पातशाह गुरु अमरदास महाराज जी ने आनंद साहब वर्गी पवित्र बाणी दे विच कहता कि सतगुरु बिना होर कच्ची है बाणी, बाणी तां कच्ची सतगुरु बाजो होर कच्ची बाणी, कहंदे कच्चे सुनदे कच्चे कच्ची आख खानी, हर हर नित करे रसना कह कछु न जानी, चित जिनका हिरलिया माया बोलन पैरवाणी, क्या है नानक सतगुरु बाजो होर कच्ची है बाणी। तो कच्ची और सच्ची बाणी के बारे अलर्ट जिहड़ा है वो तीसरे पातशाह गुरु अमरदास महाराज जी ने अपने समय विच आनंद साहब की बाणी के अंदर दे दी। तो गुरु अर्जन देव जी विश्वास अते अभ्यास की एकता के इच्छुक सन, इसलिए उन्होंने अपने तो पहले गुरु साहबान दीयां असली रचनावां नूं एक थां दे उपर इकट्ठा करके और उसका एक पूर्ण ग्रंथ जिहड़ा है वो तैयार करन दी जिहड़ी है वो बीड़ा चुक्या। तो इस वास्ते जदों ये बाणियां जिहड़ियां हन उन्होंने इसनूं
ਜਿਹੜੀ ਬਾਣੀਆਂ ਸਾਡੇ ਕੋਲ ਕੁਝ ਆਉਂਦੀਆਂ ਹਨ ਉਸ ਸਮੇਂ ਦੀਆਂ, ਕਿ ਕੁਝ ਨਕਲਾਂ ਵੀ ਜਿਹੜੀਆਂ ਹਨ ਉਹ ਜਿਹੜੀਆਂ ਬਾਣੀਆਂ ਹਨ ਉਹਨਾਂ ਦੀਆਂ ਕਰ ਦਿੱਤੀਆਂ ਗਈਆਂ ਸਨ, ਔਰ ਉਹ ਵੀ ਥਾਂ ਪਰ ਥਾਂ ਇਹ ਜਿਹੜੀਆਂ ਹਨ ਮਿਲਦੀਆਂ ਹਨ। ਔਰ ਕਈਆਂ ਜਿਹੜੇ ਇਕੱਠ ਕੀਤਾ ਹੈ ਬਾਣੀਆਂ ਦਾ, ਉਹ 1595 ਈਸਵੀ ਵੀ ਉਹਦੇ ਉੱਤੇ ਤਰੀਕ ਲਿਖੀ ਗਈ ਹੈ। ਤੋ ਇਹ ਸਾਰੀਆਂ ਜਿਹੜੇ ਸਰੋਤ ਸਨ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਇਕੱਠੀਆਂ ਕੀਤੀਆਂ, ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਆਸ਼ੇ ਅਨੁਸਾਰ ਦੱਬੀਆਂ ਕੁਚਲੀਆਂ ਅਤੇ ਅਛੂਤ ਜਾਤਾਂ ਦੇ ਭਗਤਾਂ ਕਬੀਰ ਸਾਹਿਬ ਜੀ, ਫਰੀਦ ਸਾਹਿਬ ਜੀ, ਨਾਮਦੇਵ ਜੀ, ਰਵਿਦਾਸ ਜੀ, ਭੀਖਨ ਜੀ ਆਦਿ ਹਿੰਦੂ ਅਤੇ ਮੁਸਲਮਾਨ ਭਗਤਾਂ ਦੀਆਂ ਰਚਨਾਵਾਂ ਦੀ ਆਦਿ ਗ੍ਰੰਥ ਦੇ ਵਿੱਚ ਦਰਜ ਕਰਨ ਲਈ ਚੋਣ ਕੀਤੀ। ਤੋ ਇਹ ਚੋਣ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਮੇਂ ਅੰਦਰ ਹੀ ਕਰ ਦਿੱਤੀ ਸੀ, ਤੇ ਇਸ ਨੂੰ ਉਸ ਗ੍ਰੰਥ ਦੇ ਵਿੱਚ ਸ਼ਾਮਲ ਕਰਨਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਦੇਸ਼ ਸੀਗਾ ਉਸ ਨੂੰ ਹੀ ਪੂਰਾ ਕਰਨਾ ਸੀ। ਤੋ ਇਹ ਚੋਣ ਰਾਗਾਤਮਕ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਸੀ। ਮੈਂ ਬੇਨਤੀ ਕਰਾਂ ਕਿ ਇਹ ਆਦਿ ਗੁਰੂ ਗ੍ਰੰਥ ਸਾਹਿਬ ਜਿਹੜਾ, ਜਿਸ ਨੂੰ ਅਸੀਂ ਪੋਥੀ ਪਰਮੇਸ਼ਰ ਦਾ ਥਾਨ ਵੀ ਕਹਿੰਦੇ ਆ, ਕਿ ਉਹਦੇ ਵਿੱਚ ਇੱਕੋ ਇੱਕ ਐਸਾ ਗ੍ਰੰਥ ਹੈ ਕਿ ਜਿਹਦੇ ਵਿੱਚ ਦੂਸਰੇ ਧਰਮਾਂ ਦੇ ਜਿਹੜੇ ਲਏ ਹੋਏ ਪ੍ਰਮਾਤਮਾ ਦੇ ਨਾਮ ਹਨ ਉਸਤਤੀ ਵਾਸਤੇ, ਜਿਵੇਂ ਰਾਮ ਹੋ ਗਿਆ, ਕ੍ਰਿਸ਼ਨ ਹੋ ਗਿਆ, ਅੱਲਾ ਹੋ ਗਿਆ, ਈਠਲ ਹੋ ਗਿਆ, ਤੋ ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਨਾਮ ਹਨ, ਗੋਬਿੰਦ ਹਨ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਹੈ ਜਗ੍ਹਾ ਦਿੱਤੀ ਗਈ। ਨਹੀਂ ਤੇ ਅਗਰ ਅਸੀਂ ਗੀਤਾ ਨੂੰ ਦੇਖ ਲਈਏ, ਅਸੀਂ ਰਾਮਾਇਣ ਨੂੰ ਦੇਖ ਲਈਏ, ਅਸੀਂ ਕੁਰਾਨ ਨੂੰ ਦੇਖ ਲਈਏ, ਤਾਂ ਉਹਦੇ 'ਚ ਉਹਨਾਂ ਤੋਂ ਇਲਾਵਾ ਜਿਨ੍ਹਾਂ ਦਾ ਉਹਨਾਂ ਦਾ ਅਕੀਦਾ ਨਹੀਂ ਹੈ, ਜਿਨ੍ਹਾਂ ਦਾ ਰਾਮਚੰਦਰ ਨੂੰ ਨਹੀਂ ਮੰਨਦੇ, ਕ੍ਰਿਸ਼ਨ ਜੀ ਨੂੰ ਮੰਨਦੇ ਨਹੀਂ, ਜਿਹੜੇ ਗੀਤਾ ਨੂੰ ਨਹੀਂ ਮੰਨਦੇ, ਜਾਂ ਜਿਹੜੇ ਕੁਰਾਨ ਸ਼ਰੀਫ ਦੇ ਉੱਪਰ ਆਪਣਾ ਨਹੀਂ ਰੱਖਦੇ, ਅੱਲਾ ਦੇ ਉੱਪਰ ਵਿਸ਼ਵਾਸ ਨਹੀਂ ਰੱਖਦੇ, ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਹਨ ਉਹ ਇਹਨਾਂ ਗ੍ਰੰਥਾਂ ਵਿੱਚ ਨਹੀਂ ਪਾਈਆਂ ਜਾਂਦੀਆਂ। ਲੇਕਿਨ ਇਹ ਯੂਨੀਕਨੈਸ ਹੈ ਗੁਰੂ ਗ੍ਰੰਥ ਸਾਹਿਬ ਦੀ ਕਿ ਇਹਦੇ ਅੰਦਰ ਜਿਹੜੇ ਵੀ ਦੂਸਰੇ ਧਰਮਾਂ ਦੇ ਵਰਤੇ ਗਏ ਲਫ਼ਜ਼ ਹਨ ਉਹਨਾਂ ਨੂੰ ਵੀ ਪ੍ਰੈਵਾਚੀ ਸ਼ਬਦ ਦੇ ਰੂਪ ਦੇ ਅੰਦਰ ਉਹਨਾਂ ਨੇ ਆਦਿ ਗ੍ਰੰਥ ਦੇ ਅੰਦਰ ਜਿਹੜਾ ਹੈ ਸ਼ਾਮਲ ਕੀਤਾ। ਇਹ ਬੜੀ ਵੱਡੀ ਜਿਹੜੀ ਬ੍ਰੌਡ ਮਾਈਂਡਡਨੈਸ ਹੈ ਔਰ ਬੜੀ ਇੱਕ ਵੱਡੀ ਉੱਚੀ ਸੋਚ ਦਾ ਪ੍ਰਗਟਾਵਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ, ਔਰ ਗੁਰੂ ਅਰਜਨ ਦੇਵ ਜੀ ਨੇ ਉਸ ਆਸ਼ੇ ਨੂੰ ਸੰਪੂਰਨ ਕੀਤਾ ਜਦੋਂ ਉਹਨਾਂ ਨੇ ਇਹਨਾਂ ਦੀ ਬਾਣੀ ਜਿਹੜੀਆਂ ਹਨ ਉਹ ਆਦਿ ਗ੍ਰੰਥ ਵਿੱਚ ਸ਼ਾਮਲ ਕਰਨ ਲਈ ਤਿਆਰੀ ਕੀਤੀ। ਔਰ ਇਹਦਾ ਜਿਹੜੀਆਂ ਰਚਨਾਵਾਂ ਹਨ ਇਹ ਰਾਗਾਤਮਕ ਅਤੇ ਜੀਵਨ ਦੀਆਂ ਕਦਰਾਂ ਕੀਮਤ ਤੇ ਆਧਾਰਿਤ ਸੀ। ਇਹ ਸੰਪਰਦਾਇਕਤਾ ਵਾਲੀਆਂ ਨਹੀਂ ਸਨ। ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਜੋ ਸ਼ਾਮਲ ਹੈ, ਜੋ ਗੁਰੂ ਨਾਨਕ ਪਾਤਸ਼ਾਹ ਤੋਂ 6 ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ, ਉਸ ਵੇਲੇ ਤੱਕ ਕੇਵਲ 5 ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਸੀ। ਉਹਦੇ ਵਿੱਚ ਜਿਹੜੀ ਹੈ ਕੋਈ ਵੀ ਜਿਹੜੀ ਹੈ ਸੰਪਰਦਾਇਕਤਾ ਵਾਲੀ, ਨਫ਼ਰਤ ਵਾਲੀ ਕੋਈ ਵੀ ਚੀਜ਼ ਗੁਰਬਾਣੀ ਦੇ ਅੰਦਰ ਨਹੀਂ ਸੀ ਲਿਖੀ ਹੋਈ। ਇਹ ਚੋਣ ਕਰਨ ਦਾ ਵਿਚਾਰ ਸਿੱਖ ਧਰਮ ਦੇ ਵਿਸ਼ਵਤੈਸ਼ੀ ਸੁਭਾਅ ਵਿੱਚ, ਮਤਲਬ ਜਿਸ ਨੂੰ ਕਹਿੰਦੇ ਆ ਕਿ ਇੰਟਰਨੈਸ਼ਨਲੀ ਜਿਹੜੀ ਇੱਕ ਭਾਤਰੀ ਭਾਵ ਹੈ, ਮਤਲਬ ਸਰਵ ਧਰਮ ਸੰਭਾਵ ਦੀ ਗੱਲ ਜਿਹੜੀ ਹੈ ਉਹ ਇਹਦੇ ਵਿੱਚ ਜਿਹੜੀ ਹੈ ਨਿਕਲ ਕੇ ਆਉਂਦੀ ਹੈ। ਇਸ ਪ੍ਰਕਿਰਿਆ ਦੇ ਮੋਢੀ ਨਾਲ ਜਿਹੜੀ ਹੈ ਉਹ ਸ਼ੁਰੂ ਹੋ ਗਈ ਜਦੋਂ ਇਸ ਨੂੰ ਆਦਿ ਬੀੜ ਦੀ ਜਿਹੜੀ ਹੈ ਲਿਖਣ ਬਾਰੇ ਜਿਹੜੀ ਹੈ ਸੋਚ ਪ੍ਰਾਰੰਭ ਹੋਈ। ਇਹ ਸੱਚਾਈ ਹੈ ਕਿ ਕਬੀਰ ਸਾਹਿਬ ਜੀ ਦੇ ਬਹੁਤ ਸਾਰੇ ਵਿਚਾਰ ਜਿਹੜੇ ਹਨ ਉਹ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਰਚਨਾਵਾਂ ਹਨ ਉਹਨਾਂ ਨਾਲ ਮਿਲਦੇ ਹਨ। ਇਹੀ ਪ੍ਰਗਟ ਹੁੰਦਾ ਹੈ ਕਿ ਉਹਨਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਭਗਤ ਕਬੀਰ ਜੀ ਦੀਆਂ ਰਚਨਾਵਾਂ ਸਨ। ਇਸੇ ਤਰ੍ਹਾਂ ਫਰੀਦ ਜੀ ਦੇ ਕੁਝ ਦੋਹੇ ਜਾਂ ਸ਼ਲੋਕਾਂ ਦਾ ਜੋ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਜਿਹੜਾ ਹੈ ਉਹ ਰਚਨਾਵਾਂ ਦਾ ਜਿਹੜਾ ਹੈ ਉਹ ਮੇਲ ਨਜ਼ਰ ਆਉਂਦਾ ਹੈ। ਭਗਤ ਕਬੀਰ ਜੀ ਅਤੇ ਬਾਬਾ ਫਰੀਦ ਜੀ ਦੇ ਵਿਚਾਰ ਜਿਹੜੇ ਹਨ ਉਹ ਵੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀਆਂ ਰਚਨਾਵਾਂ ਵਿੱਚ ਜੋ ਉਹਨਾਂ ਨੇ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਹੈ ਉਹ ਨਜ਼ਰ ਆਉਂਦੀ ਹੈ। ਜ਼ਾਹਰ ਹੈ ਕਿ ਭਗਤਾਂ ਦੀਆਂ ਰਚਨਾਵਾਂ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਜਿਹੜੀ ਹੈ ਗੁਰੂ ਸਾਹਿਬਾਨ ਜੋ ਪਿਛਲੇ 4 ਗੁਰੂ ਸਾਹਿਬਾਨ ਹੋਏ ਹਨ ਉਹਨਾਂ ਦੇ ਕੋਲ ਸਨ। ਇਸ ਦਾ ਅਰਥ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਭਗਤਾਂ ਦੀਆਂ ਰਚਨਾਵਾਂ ਨੂੰ
ਜਿਹੜੀ ਹੈ ਉਹ ਗੁਰੂ ਸਾਹਿਬ ਤੋਂ ਪ੍ਰਾਪਤ ਹੋਈਆਂ ਤੇ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਸਭ ਦੀ ਬਰਾਬਰੀ ਦੇ ਵਿਚਾਰ ਨੂੰ ਵਿਸ਼ਾਲਤਾ ਬਖਸ਼ੀ। ਪੰਜਾਬ ਵਿੱਚ ਸੰਤਾਂ ਦੇ ਚੇਲਿਆਂ ਅਤੇ ਸ਼ਰਧਾਲੂਆਂ ਤੋਂ ਜਿਹੜੀ ਹੈ ਉਹ ਵੀ ਕੁਝ ਜਿਹੜੇ ਹਨ ਵਿਚਾਰ ਜਿਹੜੇ ਹਨ ਉਹ ਪ੍ਰਾਪਤ ਹੋਏ, ਔਰ ਜਿਨ੍ਹਾਂ ਵਿੱਚੋਂ ਪੰਜਾਬੀ ਭਾਸ਼ਾ ਦੀ ਮਹਿਕ ਆਉਂਦੀ ਹੈ ਅਤੇ ਇਸ ਵਿੱਚ ਗੁਰਬਾਣੀ ਦੇ ਵਿਚਾਰਾਂ ਨਾਲ ਸਮਾਨਤਾ ਹੈ, ਉਹਨਾਂ ਹੀ ਜਿਹੜੇ ਹਨ ਉਹ ਬਾਣੀ ਦੇ ਵਿੱਚ ਜਿਹੜੇ ਆਦਿ ਪੀੜ੍ਹੀ ਵਿੱਚ ਸ਼ਾਮਲ ਕੀਤੀ ਗਈ। ਤਾਂ ਜਦੋਂ ਬਾਣੀ ਇਕੱਤਰ ਹੋ ਰਹੀ ਸੀ ਤਾਂ ਬਹੁਤ ਸਾਰੇ ਜੋ ਕਵੀ ਸਨ, ਸੰਤ ਕਵੀ ਸਨ, ਉਹਨਾਂ ਨੇ ਆਪਣੀਆਂ ਰਚਨਾਵਾਂ ਲੈ ਕਰਕੇ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ ਤੇ ਆਪਣੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਹਨਾਂ ਰਚਨਾਵਾਂ ਨੂੰ ਸੁਣਿਆ, ਪਰ ਉਹਨਾਂ ਵਿੱਚ वेदांतक झुकाव, वेदा आदि दे बारे जो विचार हैं उन्हां वल झुकाव नजर आया। संसार ते इसकी प्रति घृणा नजर आई ते गुरु आशे अनुसार ना होने करके उस नूं रद्द कर दिया गया। ते कुछ ते ऐसे धक्कियां नूं सी विचार दिते कि ये चंगा हुंदा कि मैं जमदा ही मर जांदा ते ना ये संसारक झमेलियां च मैं पैंदा। ते रद्द किए गए संतां विच कान्हा जी, छज्जू, शाह हुसैन, पीलू आदि। गुरु अर्जन देव जी ने जिवें जदों इन्हां नूं रिजैक्ट किया तां इन्हां दे मन विच भी खुनस आ गई, जो बाद विच जदों किते गुरु अर्जन देव महाराज की शहादत की गल होएगी तां उहदे विच इन्हां दा की रोल रहा, किवें इन्हां ने जिहड़ा है वो जा करके अगे चंदू दे नाल तालमेल किया ते किवें जिहड़ा है महेश चंद जिन्होंने बीरबल कहते हैं उन्हां नाल सारियां ने सांठ गांठ की ते किवें फिर ये गुरु अर्जन देव जी शहादत का जिहड़ा है वो सिलसिला चालू होया। तो गुरु अर्जन देव जी की आशा सेहतमंद, आशावाद, संसारी फर्ज अते जिम्मेवारियां विच आनंद पैदा करना सी। वो हंझू भूरे भरपूर जीवन तो तंग आके बनवास अते संसार त्याग के हक विच नहीं सा। सारी गुरबाणी जिहड़ी है वो घर बैठिया जोग पाई है, सतगुर के उपदेश की गल है। काहे रे मन खोजन जाई दा उपदेश है। तो गुरु अर्जन देव जी ने वो संगीतक सुरां जो हदों बाहरी खुशी या उदासी मन में पैदा करन उन्हां नूं रद्द कर दिता, जिवें कि मेघ राग, इंडोल, जोग दीपक आदि। इस विच प्रसिद्ध नायकों के किस्से, बहादरियां वालियां वारां नूं भी शामिल कर लिया, और ये जो मन विच उदासी या ज़्यादा खुशी जिहड़ी पैदा करने वाले राग सन उन्हां नूं नहीं लिया। जदों इस तरह का मसौदा तैयार हो गया तो गुरु अर्जन देव जी ने इस सब नूं भाई गुरदास जी नूं बुलाया ते रामसर वाले स्थान के उपर बैठ करके आप जी ने इस नूं लिखना शुरू किया। भाई गुरदास जी को गुरु जी अते भाई गुरदास जी ने इन्हां नूं रागां दे आधार ते वंड के गुरु साहब की बाणी नूं उत्तराधिकार भाव पहला महला गुरु नानक पातशाह की बाणी, दूजा आदि अनुसार लड़ीबंद किया भाव जिथे गुरु अंगद देव जी के शब्द नहीं हैं उस जगह के उपर उन्होंने तीसरे पातशाह की बाणी लई, फिर चौथे, फिर पंजवें। तो इस तरह ये बाणी की जिहड़ी तरतीब की तो हर एक नूं नानक शब्द दे सांझे नाम नाल दर्ज किया। मैं इत्थे एक बेनती कर रहा साध संगत जी कि असी अज दे समय अंदर भी असी किसी नूं ये नहीं कह सकते भी तू तेजिंदर सिंह अपना नाम यूज कर लै मेरा तो तू जो लिखना लिख दे, या कोई होर बंदा कहे कि मैं अपना नाम तुहानूं देना लिखण वास्ते यूज करने वास्ते तुसीं रचना लिख लो तो उहदे च नाम शामिल कर दो। लेकिन एक बड़ी यूनीक गल सीगी कि इस तरतीब नूं जो भी बाणी गुरु नानक पातशाह तो बाद गुरु अंगद देव जी ने श्लोकां विच लिखी या गुरु अमरदास पातशाह जी ने इस नूं लिखिया 17 रागां दे विच और 30 रागां दे विच चौथे पातशाह गुरु रामदास जी ने लिखिया
और फिर गुरु अर्जन देव महाराज जी ने लिखा। तो उन्होंने सारे दे विच जिहड़ा जिसनों असीं कहने आ कि मोहर छाप जिहड़ी है वो केवल पहले पातशाह गुरु नानक पातशाह दे ही वरती गई है। तो ये एक बड़ी वड्डी जिहड़ी है सानूं मिसाल मिलती है कि किवें गुरु नानक पातशाह जी ने जदों भाई लहणा जी नूं मत्था टेकिया ते उन्हां नूं ये भी अधिकार दिता कि तुसीं मेरी बाणी भी तुहानूं दित्ती है ते अगों अपनी बाणी भी तुसीं इस्तेमाल करके मेरा नाम इस्तेमाल कर सकते। तो एक बड़ी वड्डी गल है। फिर संतां दीयां रचनावां जदों गुरु साहिबान दीयां रचनावां राग विच किसे विच वो तो सारियां दीयां जिहड़ी है वो बंदिश आ जावे वो लिखी गई तो उस तो बाद जिहड़े भगत हन उन्हां दीयां बाणियां जिहड़ियां हन कीतियां गईयां। और सब तो पहला श्रोमणी कवि भगत कबीर जी दी तो लै करके बाबा फरीद जी दे नाल जिहड़ियां वो बाणी जिहड़ियां समाप्त होंदियां। भगत कबीर जी अते बाबा फरीद जी दे श्लोकां पिछों 11 भगतां दे जिहड़े हन वो सवैये हन जिन्हां विच गुरु साहिबान दीयां गुरु नानक पातशाह तो लै करके और पंजवें पातशाह तक जिहड़ियां सिफतां कीतियां हन। सत्ता ते बलवंत दी वार गुरु अमरदास जी दे ज्योति जो समान ते बाबा सुंदर जी जिहड़े गुरु अमरदास जी दे पड़पोतरे सन सद अते सदबाणी दियां लिखियां। और गुरु नानक पातशाह दी जिहड़ी उन्होंने मरदाने नूं अमर करन वास्ते जो 17 लिखियां वो भी जिहड़ी हन गुरु ग्रंथ साहिब दे विच पंजवें पातशाह ने लिखियां। तो गुरु ग्रंथ साहिब दे अंतले उपसंहार तो पहला 12 तो वधीक जिहड़े हन वो श्लोक दर्ज हन। इन्हां विच गुरु ग्रंथ साहिब दी माता अते गुरु अर्जन देव जी दीयां टिप्पणियां उच्चारण उच्च आचरण संतोख अते आत्मक विचारां दा संदेश दिता है अते इस विचों सिक्ख्या लैंदे रहन दी प्रेरणा दिती है। गुरु अर्जन देव महाराज जी ने अंक 1429 के उपर थाल में 3 वस्तु पइयो सत संतोख विचारो अमृत नाम ठाकुर का पयो जिसका सब आधार। ये 1429 जो अंक है ये दमदमी साहब वाली भीड़ का है। लेकिन जो उस वेले भीड़ जिहड़ी आद भीड़ जिसनों कहने आ उसके जिहड़े 974 जिहड़े अंक सन उसके उपर ये थाल भी 3 वस्तु पइयो वाली जिहड़ी गल मंदावनी लिखी। उस तो बाद फिर श्लोक मल्ला पंजवा 13 कीता जातो नाई जिहड़ा है वो लिखा। तो गुरु अर्जन देव जी वालों आदि ग्रंथ की रचना का काम एक बड़ा महान काम सी जो मनुख जाति दीयां अगलियां पीढ़ियां लई एक सुगात सी। मैं बेनती करा कि अज साडे कोल श्री गुरु ग्रंथ साहिब की बाणी गुरु साहिबान की अपनी उचारी हुई अपनी लिखी हुई साडे कोल मौजूद है। लेकिन इसके बावजूद असीं भंबल गुस्से खा रहे हैं। सानू गुरबाणी के जो असूल हैं उन्हां बारे स्पष्टता नहीं है और कई असी मनमतां नूं ही गुरमत के नां दे हेठां असीं पेश कर रहे हैं। तो तसव्वुर करो सोचो कि अगर गुरु महाराज ने गुरु नानक पातशाह जी ने ये साडे ते मेहर ना कीती हुंदी कि सानू ये बाणी लिखत रूप विच ना दित्ती हुंदी तां अज सिख समाज दा किहड़े पासे वल रुझान होना सी। इस बाणी दे हुंदियां भी संत साध जिहड़े हन वो अपनियां जिहड़ियां अपने मन मर्जी दियां जिहड़ियां तुकां जमा करके और उस बाणी नूं पिछे लगा रहे हैं अपनी तुकां अगे लगा रहे हैं जिहदे विच अर्थां दा अनर्थ हो रहा है। तो एक बड़ी महान जिहड़ी है वो काम सी जिहड़ा सानू लिखती रूप के अंदर जिहड़ी है गुरु साहब ने गुरु अर्जन देव महाराज जी ने सानू ये बख्शिश की है। ते ये जो संपादना का काम है गुरु जी ने ये 1595 ईस्वी में शुरू किया और ये 1604 ईस्वी दे विच समाप्त होया। ये बड़ा बड़ा काम सी गुरु नानक पातशाह तो लै करके गुरु रामदास पातशाह दे और फिर उन्हां दी अपनी बाणी 2312 शब्द गुरु अर्जन देव महाराज दे। तो ये सारे नूं राग की तरतीब देनी और फिर उस तो बाद बाकी दी तरतीबां देनियां उहदे विच संकेत देने कि इन्हां नूं किहड़ियां धुनां विच गाना है किहड़े घर विच गाना है। तो ये सारियां चीज़ां जिहड़ियां एक बड़ा कठिन और लंबा काम सीगा। दरबार साहब अमृतसर विच इस आद भीड़ नूं पोथी परमेश्वर का थान नूं
ਸਥਾਪਿਤ ਕਰਨ ਲਈ ਬਾਬਾ ਬੁੱਢਾ ਜੀ ਦੇ ਸਿਰ ਤੇ ਰੱਖ ਕੇ ਇਸ ਨੂੰ ਦਰਬਾਰ ਸਾਹਿਬ ਲਿਆ ਗਿਆ। ਤੇ ਗੁਰੂ ਜੀ ਆਪ ਰਾਹ ਵਿੱਚ ਇਤਿਹਾਸ ਵਿੱਚ ਆਉਂਦਾ ਹੈ ਕਿ ਬੜੇ ਸਤਿਕਾਰ ਨਾਲ ਚੌਰ ਕਰਦੇ ਹੋਏ ਗਏ ਔਰ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬਿਠਾਇਆ ਗਿਆ ਔਰ ਉਹਨਾਂ ਨੂੰ ਪਹਿਲਾ ਗ੍ਰੰਥੀ ਦੇ ਰੂਪ ਵਿੱਚ ਥਾਪਿਆ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚੋਂ ਪਹਿਲਾ ਵਾਕ ਬਾਬਾ ਬੁੱਢਾ ਜੀ ਨੇ ਲਿਆ। ਉਹ ਇਤਿਹਾਸ ਦੇ ਵਿੱਚ ਲੱਭ ਜਾਂਦੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਕਿਹਾ ਕਿ ਬਾਬਾ ਬੁੱਢਾ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਅਦਬ ਸਹਿਤ ग्रंथ जब खोला ले आवाज बुढ़ा तब बोला। 783 अंक के ऊपर संतां के कारज आप खलोआ हर काम करावन आया राम। ते पहला हुक्मनामा जड़ा है बाबा बुढ़ा जी ने लिया 1604 ईस्वी। जिदा हुणे असीं पहले पिछे जड़ा है वो प्रकाश दा दिन भी असीं मना चुके हैं। तो गुरु जी दे ये शब्द जो साडे सामने हैं ये वेदां ਅਤੇ ਕੁਰਾਨ ਨਾਲੋਂ ਵੀ ਉੱਤਮ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪਿੱਛੋਂ ਇਸ ਮੁੱਢਲੀ ਬੀੜ ਤੇ ਧੀਰਮਲ ਨੇ ਜਿਹੜਾ ਹੈ ਉਹ ਆਪਣਾ ਕਬਜ਼ਾ ਜਿਹੜਾ ਹੈ ਉਹ ਕਰ ਲਿਆ ਤੇ ਉਸ ਨੂੰ ਆਪਣੇ ਕੋਲ ਰੱਖ ਲਿਆ। ਜਦੋਂ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹਨੂੰ ਉੱਥੇ ਖਡੂਰ ਸਾਹਿਬ ਲੱਭਿਆ ਤਾਂ ਗੁਰਗੱਦੀ ਸੰਭਾਲੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹ ਮਹਾਨਤਾ ਉਸ ਵਕਤ ਵੱਧ ਗਈ। ਬਕਾਲਾ ਸਾਹਿਬ ਬਕਾਲੇ ਬਾਬਾ ਬਕਾਲੇ ਦੇ ਵਿੱਚ ਜਦੋਂ ਲੱਭਿਆ ਭਾਈ ਮੱਖਣ ਸ਼ਾਹ ਲੁਬਾਣਾ ਨੇ, ਸੌਰੀ ਮੈਂ ਖਡੂਰ ਸਾਹਿਬ ਕਹਿ ਜਾਏਗਾ, ਮਾਫ ਕਰਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨਤਾ ਵੱਧ ਗਈ ਅਤੇ ਸੰਗਤਾਂ ਵੀ ਵੱਧ ਚੜ ਕੇ ਆਉਣ ਲੱਗ ਪਈ। ਤਾਂ ਇੱਕ ਦਿਨ ਧੀਰਮਲ ਮੱਖਣ ਸ਼ਾਹ ਲੁਬਾਣਾ ਜੀ ਦੀ ਗੈਰ ਹਾਜ਼ਰੀ ਵਿੱਚ ਸਾਰਾ ਧਨ ਤੇ ਹੋਰ ਸਮਾਨ ਲੁੱਟ ਕੇ ਲੈ ਗਿਆ। ਜਦੋਂ ਮੱਖਣ ਸ਼ਾਹ ਨੂੰ ਪਤਾ ਲੱਗਾ ਤਾਂ ਸਿੱਖਾਂ ਨੂੰ ਲੈ ਕੇ ਧੀਰਮਲ ਦੇ ਘਰੋਂ ਲੁੱਟਿਆ ਮਾਲ ਅਤੇ ਆਦਿ ਗ੍ਰੰਥ ਚੁਕਵਾ ਲਿਆ। ਗੁਰੂ ਤੇਗ ਬਹਾਦਰ ਜੀ ਨੇ ਸਾਰਾ ਮਾਲ ਅਤੇ ਆਦਿ ਗ੍ਰੰਥ ਦੀ ਭੀੜ ਵਾਪਸ ਕਰਨ ਲਈ ਕਿਹਾ। ਉਹਨੂੰ ਗੁਰੂ ਸਾਹਿਬ ਨੇ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਨੇ, ਕਿ ਇਹਦੇ ਵਿੱਚ ਮੇਰੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਮੇਰੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਮੈਂ ਇਹਨੂੰ ਕਿਸੇ ਡਿਸਪਿਊਟ ਵਿੱਚ ਨਹੀਂ ਪਾਉਣਾ ਚਾਹੁੰਦਾ। ਤੇ ਉਸ ਦਾ ਵਿਚਾਰ ਇਹ ਸੀਗਾ ਕਿ ਜਦੋਂ ਇਸ ਭੀੜ ਨੂੰ ਭਲੇ ਵਾਪਸ ਬੜੇ ਭਾਰੇ ਮਨ ਨਾਲ ਕੀਤਾ ਕਿ ਇਹ ਭੀੜ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਹੋਣੀ ਚਾਹੀਦੀ ਹੈ, ਇਸ ਨੂੰ ਵਾਪਸ ਧੀਰਮਲ ਦੇ ਕੋਲ ਨਹੀਂ ਜਾਣਾ ਚਾਹੀਦਾ। ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਤਲਵੰਡੀ ਦਮਦਮਾ ਸਾਹਿਬ ਵਿਖੇ ਮੁੱਢਲੀ ਭੀੜ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਨੂੰ ਰਾਗਾਂ ਅਨੁਸਾਰ ਸ਼ਮਲ ਕਰਕੇ ਜੋ ਹੁਣ ਦਮਦਮੀ ਸਾਹਿਬ ਭੀੜ ਦਾ ਸਰੂਪ ਦਿੱਤਾ, ਇਸ ਵਿਚਾਰ ਕੇ ਕਿ ਧੀਰਮਲੀਆਂ ਦੇ ਭੀੜ ਨਾ ਦੇਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਭੀੜ ਜਿਹੜੀ ਹੈ ਭਾਈ ਮਨੀ ਸਿੰਘ ਜੀ ਨੂੰ ਲਗਵਾਈ। ਇਸ ਦੇ ਬਾਰੇ ਕੁਝ ਵਿਚਾਰ ਜਿਹੜੇ ਹਨ ਖੋਜੀਆਂ ਦੇ ਵਿਚਾਰ ਨਹੀਂ ਮਿਲਦੇ ਤੇ ਉਹ ਇਹ ਲਿਖਦੇ ਹਨ ਕਿ ਉਸ ਵੇਲੇ ਨਕਲ ਜਿਹੜੀ ਸੀਗੀ ਬਾਣੀਆਂ ਦੀ ਜਿਹੜੀ ਹੈ ਉਹ ਅਵੇਲੇਬਲ ਸੀਗੀ ਤੇ ਉਹ ਨਕਲ ਜਿਹੜੀ ਹੈ ਉਹ ਗੁਰੂ ਸਾਹਿਬਾਨ ਨੇ ਥਾਂ ਪਰ ਥਾਂ ਤੋਂ ਜਿਹੜੀ ਹੈ ਉਹ ਮੰਗਾਈ। ਅਸਲ ਵਿੱਚ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਕਰਵਾਈ ਔਰ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 57 ਸ਼ਲੋਕ ਤੇ ਹੋਰ ਜੋ ਬਾਣੀਆਂ ਹਨ ਉਹ ਉਹਦੇ ਅੰਦਰ ਜਿਹੜੀਆਂ ਰਾਗਾਂ ਅਨੁਸਾਰ ਜੈ ਜੈਵੰਤੀ ਰਾਗ ਵੀ ਉਹਨਾਂ ਨੇ ਐਡ ਕੀਤਾ। ਜਦੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਨੂੰ ਲਾਹੌਰ ਤੋਂ ਜਿਲਦ ਬਣਾਉਣ ਲਈ ਭੀੜ ਦੇ ਕੇ ਭੇਜਿਆ ਤਾਂ ਉਸਨੇ ਇਸ ਦੀ ਨਕਲ ਕਰ ਲਈ। ਭਾਈ ਬੰਨੋ ਦਾ ਪਿੰਡ ਖਾਰਾ ਸੀ, ਜਿਸ ਕਰਕੇ ਗੁਰੂ ਜੀ ਨੇ ਇਸ ਭੀੜ ਨੂੰ ਖਾਰੀ ਭੀੜ ਕਿਹਾ। ਮੁੜ ਤੋਂ ਹੀ ਜਿਹੜੀ ਹੈ ਗੁਰੂ ਸਾਹਿਬ ਦੀਆਂ ਬਾਣੀ ਦੀਆਂ ਜਿਹੜੀਆਂ ਨਕਲ ਕਰਨ ਦੀ ਆਗਿਆ ਸੀ ਆਦ ਭੀੜ ਦੀਆਂ, ਪਰ ਨਕਲ ਤੇ ਗੁਰੂ ਜੀ ਦੇ ਦਸਤਖਤ ਕਰਵਾਉਣੇ ਜ਼ਰੂਰੀ ਸਨ ਤਾਂ ਕਿ ਉਸਦੇ ਅਸਲੀ ਹੋਣ ਦੀ ਤਸਦੀਕ ਹੋ ਸਕੇ। ਉਹ ਇਸ ਤਰ੍ਹਾਂ ਜਿਹੜੀ ਇਹ ਭੀੜਾਂ ਹਨ ਇਹਦੀਆਂ ਨਕਲਾਂ ਵੀ ਜਿਹੜੀਆਂ ਉਹ ਹੋਈਆਂ
ਔਰ ਇਸ ਤਰ੍ਹਾਂ ਇਹ ਭੀੜ ਜਿਹੜੀ ਹੈ ਜਦੋਂ ਨੰਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਤਾਂ ਇੱਥੇ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਆਦ ਭੀੜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਜਮ੍ਹਾਂ ਕੀਤਾ, ਐਡ ਕੀਤਾ, ਚੜਾਇਆ, ਤਾਂ ਫਿਰ ਜਿਹੜੇ ਜੋੜ ਜਿਹੜਾ ਲੌਕਿੰਗ ਸਿਸਟਮ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਸੀ ਉਸ ਦੇ ਵਿੱਚ ਵੀ ਤਬਦੀਲੀ ਕਰਨੀ ਪਈ, ਕਿਉਂਕਿ ਜਿਸ ਸ਼ਬਦਾਂ ਦਾ ਜੋੜ ਜਿੰਨੇ ਰਾਗਾਂ ਦੇ ਵਿੱਚ ਸੀਗਾ ਉਸ ਦੇ ਵਿੱਚ ਰਾਗ ਗੁਰੂ ਤੇਗ ਬਹਾਦਰ ਸਾਹਿਬ ਦੇ ਜੋੜਨ ਕਰਕੇ ਉਹਦੇ ਵੀ ਤਬਦੀਲੀ ਜਿਹੜੀ ਆ ਉਹ ਹੋਣੀ ਲਾਜ਼ਮੀ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਇਹ ਕਿਸੇ ਹੋਰ ਕੋਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਹੋਰ ਕਿਸੇ ਨੇ ਇਸ ਨੂੰ ਠੀਕ ਕੀਤਾ ਹੋਵੇ। ਤਾਂ ਗੁਰੂ ਜੀ ਨੇ 1708 ਈਸਵੀ ਵਿੱਚ ਨੰਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਵੇਲੇ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦੇ ਕੇ ਦੇਹਧਾਰੀ ਗੁਰੂ ਦੀ ਪ੍ਰਥਾ ਸਦਾ ਲਈ ਖਤਮ ਕਰ ਦਿੱਤੀ। ਉਦੋਂ ਤੋਂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗ ਪਿਆ। ਔਰ ਇਹ ਵੀ ਕਿਹਾ ਗਿਆ ਜਿਹੜੇ ਕਿ ਲਫ਼ਜ਼ ਅੱਜ ਕੱਲ੍ਹ ਭਾਈ ਗਿਆਨੀ ਗਿਆਨ ਸਿੰਘ ਜੀ ਦੇ ਜੋ ਦੋਰੇ 'ਚ ਪੜ੍ਹੇ ਜਾਂਦੇ ਨੇ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਗੱਲ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹੀ, ਲੇਕਿਨ ਅੱਗੋਂ ਜਿਹੜੀ ਭਾਈ ਪ੍ਰਹਲਾਦ ਸਿੰਘ ਜੀ ਨੇ ਆਪਣੇ ਰਹਿਤਨਾਮੇ ਵਿੱਚ ਗੱਲ ਲਿਖੀ ਹੈ ਕਿ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਗੁਰਤਾ ਹੈ ਉਹ ਗ੍ਰੰਥ ਔਰ ਪੰਥ ਨੂੰ, ਗੁਰੂ ਗ੍ਰੰਥ ਦੀ ਤਾਬਿਆ ਪੰਥ ਨੂੰ ਵੀ ਵਿੱਚ ਸ਼ਾਮਲ ਕੀਤਾ ਕਿ ਜਿਹੜੇ ਆਤਮਾ ਗ੍ਰੰਥ ਤੇ ਸਰੀਰ ਪੰਥ, ਤੇ ਜਿਹੜੇ ਆਤਮਾ ਦੇ ਫੰਕਸ਼ਨ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰੇਗੀ, ਔਰ ਜੋ ਗੁਰੂ ਸਾਹਿਬ ਸਰੀਰ ਰੂਪ ਵਿੱਚ ਜਿਹੜੇ ਪੰਥ ਦੇ ਕਾਰਜ ਕਰਦੇ ਸਨ ਉਹ ਜਿਹੜਾ ਹੈ ਉਹ ਪੰਥ ਕਰੇਗਾ ਖਾਲਸਾ, ਜਿਸ ਨੂੰ ਕਿ ਅੰਮ੍ਰਿਤਧਾਰੀ ਸਿੰਘਾਂ ਦਾ ਸਮੂਹ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਬਾਰੇ ਜਿਹੜੇ ਹਨ ਉਹ ਇਹ ਕੁਝ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਜੋ ਬਾਣੀ ਜਿਹੜੀ ਹੈ ਉਹ ਜੋ ਉਹਨਾਂ ਨੇ ਇਕੱਠੀ ਕੀਤੀ, ਜਿਵੇਂ ਆਪਾਂ ਉੱਪਰ ਜ਼ਿਕਰ ਕੀਤਾ ਹੈ, ਤੇ ਉਹਨਾਂ ਨੇ ਇਸ ਬਾਣੀ ਨੂੰ ਨਾਲ ਰੱਖਿਆ। ਲੇਕਿਨ ਜਦੋਂ ਇਹਨਾਂ ਬਾਣੀਆਂ ਦੇ ਉੱਪਰ ਲਿਖਣ ਲੱਗਿਆ ਕਿਤੇ ਕਿਤੇ ਵੀ ਜਿਹੜੀ ਕੁਝ ਕਮੀ ਪੇਸ਼ੀ ਰਹਿ ਜਾਂਦੀ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਆਪਣੇ ਸਮੇਂ ਅੰਦਰ ਉਹਦੇ ਜਿਹੜੇ ਨੋਟਸ ਲਿਖੇ ਹਨ ਕਰੈਕਸ਼ਨ ਦੇ, ਸੁੱਧ ਜਾਂ ਸੁੱਧ ਕੀਚੇ, ਉਹ ਜਿਹੜਾ ਬਾਹਰਲਾ ਬਾਰਡਰ ਹੈ ਉਸ ਤੋਂ ਬਾਹਰ ਹਨ। ਲੇਕਿਨ ਹੁਣ ਜੋ ਦਮਦਮੀ ਸਾਹਿਬ ਦੀ ਭੀੜ ਆ ਗਈ ਹੈ ਉਸ ਦੇ ਅੰਦਰ ਛਪਾਈ ਦੇ ਵਿੱਚ ਉਹ ਅੰਦਰਲੇ ਪਾਸੇ ਆ ਗਏ ਹਨ। ਤਾਂ ਇਸ ਕਰਕੇ ਕਈ ਵਾਰੀ ਜਿਹੜੀ ਹੈ ਭੁਲੇਖਾ ਪੈ ਜਾਂਦਾ ਹੈ ਕਿ ਉਸ ਨੂੰ ਜਿਵੇਂ ਖਾਸ ਤੌਰ ਤੇ ਆਸਾ ਕੀ ਵਾਰ ਜਦੋਂ ਪੜ੍ਹੀ ਜਾਂਦੀ ਹੈ ਤਾਂ ਰਾਗੀ ਸਿੰਘ ਬੜੇ ਅਖਲੀ ਹਰ ਜੁਗ ਜੁਗ ਭਗਤ ਉਪਾਇਆ ਜਦੋਂ ਪੜ੍ਹਦੇ ਨੇ ਤੇ ਅੰਤ ਤੇ ਬੋਲਦੇ ਨੇ ਸੁਧ, ਬੜੇ ਜ਼ੋਰ ਨਾਲ ਬੋਲਦੇ ਨੇ, ਜਦਕਿ ਉਹ ਲਿਖਾਰੀ ਵਾਸਤੇ ਜੋ ਇੰਸਟਰਕਸ਼ਨ ਸਨ ਔਰ ਉਹ ਕਿਸੇ ਤਰੀਕੇ ਨਾਲ ਇਹ ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਨੂੰ ਪੜ੍ਹਨਾ ਨਹੀਂ ਚਾਹੀਦਾ, ਨਾ ਸ਼ੁੱਧ ਕੀਚੇ ਤੇ ਨਾ ਸ਼ੁੱਧ। ਤੋ ਇਹ ਜਿਹੜੀ ਹੈ ਇਹ ਸਾਨੂੰ ਨੋਟ ਕਰਨ ਵਾਲੀ ਗੱਲ ਹੈ ਤੇ ਇਸ ਦੇ ਉੱਪਰ ਸਾਨੂੰ ਅੱਗੋਂ ਪ੍ਰਚਾਰ ਵੀ ਕਰਨਾ ਚਾਹੀਦਾ ਹੈ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੂਲ ਗ੍ਰੰਥ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਗਈਆਂ ਹਨ ਉਹਨਾਂ ਨੂੰ ਅਸੀਂ ਜਿਹੜੀ ਹਨ ਅੱਗੋਂ ਪੰਥ ਵਿੱਚ ਜਿਹੜੀ ਹੈ ਉਹ ਸਹੀ ਕਰੀਏ। ਉਹ ਗਿਆਨੀ ਗਿਆਨ ਸਿੰਘ ਜੀ ਦੇ ਵੀ ਇਹਨਾਂ ਨੇ ਇਸ ਬਾਰੇ ਆਪਣੇ ਵਿਚਾਰ ਲਿਖੇ ਹਨ। ਇੱਥੇ ਮੈਂ ਇਹ ਗੱਲ ਕਹਾਂ ਕਿ ਬਾਬੂ ਤੇਜਾ ਸਿੰਘ ਜੀ ਜਿਹੜੇ ਕਿ ਪੰਜ ਖਾਲਸਾ ਦੀਵਾਨ ਪਸੌੜ ਦੇ ਮੁਖੀ ਸਨ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਮਾਲਾ ਦਾ ਵਿਰੋਧ ਕੀਤਾ ਕਿਉਂਕਿ ਉਹ ਇਸ ਨੂੰ ਗ੍ਰੰਥ ਸਾਹਿਬ ਦੀ ਰਚਨਾ ਦੇ ਪਿੱਛੇ ਆਲਮ ਦੁਆਰਾ ਲਿਖੀ ਅਤੇ ਕਿਸੇ ਅਗਿਆਤ ਸ਼ਖਸ ਵੱਲੋਂ ਦਰਜ ਕੀਤੀ ਮੰਨਦੇ ਸਨ। ਡਾਕਟਰ ਜੀ.ਵੀ. ਸਿੰਘ ਦਾ ਵਿਚਾਰ ਹੈ ਕਿ ਗ੍ਰੰਥ ਸਾਹਿਬ ਦੀ ਰਚਨਾ ਦਾ ਆਧਾਰ ਇਹ ਗੁਰੂ ਹਰਿਰਾਏ ਸਾਹਿਬ ਵਾਲੀ ਕੋਈ ਪੋਥੀ ਕਿਹਾ ਜਾਂਦਾ ਹੈ, ਪਰ ਭਾਈ ਜੋਤ ਸਿੰਘ ਜੀ ਜੀ.ਵੀ. ਸਿੰਘ ਦੀ ਖੋਜ ਦਾ ਵਿਰੋਧ ਕਰਦੇ ਕਹਿੰਦੇ ਹਨ ਕਿ ਇਸ ਦਾ ਜੋ ਭੀੜ ਦਾ ਜੋ ਖੋਜ ਹੈ ਉਹ ਮਨ ਘੜੰਤ ਹੈ, ਝੂਠੀ ਹੈ, ਸੱਚਾਈ ਤੋਂ ਦੂਰ ਅਤੇ ਉਹ ਅਨਿਆਂ ਵਾਲੀ ਹੈ। ਈਸ਼ਵਰਾ ਸਿੰਘ ਨੇ ਜੋਤ ਸਿੰਘ ਦੇ ਹੱਕ ਵਿੱਚ ਖੜੋਦਿਆਂ W.H. ਮੈਕਲਿਓਡ ਅਤੇ ਦਲਜੀਤ ਸਿੰਘ ਦੇ ਵਿਰੋਧ ਨੂੰ ਰੱਦ ਕਰਕੇ ਕਰਤਾਰਪੁਰ ਵਾਲੀ ਭੀੜ ਨੂੰ ਸਹੀ ਮੰਨਿਆ। ਉਸਨੇ ਗੋਇੰਦਵਾਲ ਸਾਹਿਬ ਵਾਲੀ ਜਿਹੜੀ ਆ ਪੋਥੀਆਂ ਨੂੰ ਕਰਤਾਰਪੁਰ ਵਾਲੀ ਭੀੜ ਦੀ ਸੰਪਾਦਨਾ ਲਈ ਵਰਤੋਂ ਨੂੰ ਜਿਹੜਾ ਹੈ ਉਹ ਠੀਕ ਨਹੀਂ ਸਮਝਿਆ। ਇਹ ਹਰ ਸਹਾਈ
वाले पोथी के पहले भाग नूं जिहड़ा है सही मनदा है। तो भाव यह है कि इहदे विच भी अलग अलग विचार जिहड़े विद्वान हैं उन्हां दे अलग अलग विचार हैं, लेकिन जो विचार असीं उपर दिते हैं कि गुरु नानक पातशाह ने बाणी इकट्ठी की अपनी भगतां दी और उस नूं गुरु अंगद देव पातशाह, गुरु अमरदास पातशाह, गुरु रामदास पातशाह और फिर पंचम पातशाह दे कोल पहुंचिया। यही जिहड़ा सही तरीका जिहड़ा है वो असीं इस नूं मनदे हां और इसे नूं ही सानूं प्रचारना चाहिदा है। टाइम भी एक बड़ा जिहड़ा है राइटर सी, एमिनेंट राइटर है, उसने लिखा है कि अदुੱਤੀ ग्रंथ साहिब कई कारणों करके शानदार है। प्रसिद्ध धार्मिक ग्रंथों विचों बहुत ही आदरयोग ग्रंथ है। ये मुसलमानों लई कुरान, ईसाइयां लई बाइबल, ज्यूस लई तौरात अते नालों इन्हां नालों भी सिख लई वध सत्कारत है। आदि ग्रंथ सिखां लई धार्मिक अध्यात्मक गुरु है। गुरु ग्रंथ साहब अध्यात्मक, व्यक्तिगत, समाजिक, सियासी, विज्ञानक आदि फुल्लां नाल शिंगारिया एक गुलदस्ता है जिसकी महक मनुखी जीवन नूं सुख भरपूर बनाउण दा संदेश दिंदी है। श्री गुरु अर्जन देव जी तां आप इस अदुੱਤੀ ग्रंथ बारे अपने श्लोक महला 5वां विच लिखदे हन। गुरु ग्रंथ साहब दे अंत विच कि थाल विच 3 वस्तु पईओ, सत संतोख विचारो, अमृत नाम ठाकुर का पयो, जिसका सब आधारो, जेको खावे जेको पहुंचाए, जिसका है उधारो, ए वस्त जी न जाए, नित नित रखो उधारो, तम संसार चरण लग तरिए, सब नानक ब्रह्म पसारो। तो गुरु ग्रंथ साहब दे विच जो वस्तु उन्हां रखियां वो सत, संतोख और यदि विचार और फिर परमात्मा का नाम जड़ा है वो ये अंदर रखा है और जिहड़ा सारे संसार नूं आधार है। नाम ने ही सानू पार पहुंचाना है। ये अमृत नाम है, इसे नूं ही असीं रसना द्वारा जपना है और इसे नूं ही अपने मन दे विच वसाउणा है और इसे अनुसार ही असीं अपना जीवन जड़ा है वो बनाउणा है। तो मैं अपने विचार नूं इत्थे विश्राम दिंदा होया होईयां अनेकां भुलां गलतियां दी आप पासों खिमा मंगदा हां और गज के फतेह बुलांदा हां। आखो जी वाहिगुरू जी का खालसा, वाहिगुरू